ਧੰਨ ਗੁਰੂ ਰਾਮਦਾਸ ਜੀ ਪਰਿਵਾਰ ਨਾਲ ਜੁੜੀ ਹੋਈ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਅਤੇ ਸਾਰਿਆਂ ਦਾ ਟੀਮ ਵੱਲੋਂ ਬਹੁਤ ਬਹੁਤ ਸ਼ੁਕਰੀਆ। ਬੇਨਤੀ ਕਰਾਂਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਸੰਗਤਾਂ ਦਾ ਵੀ ਭਲਾ ਹੋ ਸਕੇ। ਲਾਈਕ ਅਤੇ ਕਮੈਂਟ ਕਰਕੇ ਆਪਣਾ ਪਿਆਰ ਅਤੇ ਆਸ਼ੀਰਵਾਦ ਜ਼ਰੂਰ ਦਿਆ ਕਰੋ। ਸਾਧ ਸੰਗਤ ਜੀ, ਅੱਜ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਉਪਕਾਰਾਂ ਬਾਰੇ ਗੱਲ ਕਰਾਂਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਦੇਵੀ ਦੇਵਤਿਆਂ ਦੇ ਜਾਲ ਚੋਂ ਪਖੰਡ ਦੀ ਪੂਜਾ ਤੋਂ ਬਚਾਉਣ ਲਈ ਬੜੇ ਉਪਦੇਸ਼ ਦਿੱਤੇ, ਬੜੇ ਯਤਨ ਕੀਤੇ, ਬੜੇ ਕੌਤਕ ਤਰੀਕਿਆਂ ਨਾਲ ਸਿੱਖਾਂ ਨੂੰ ਸਮਝਾਇਆ। ਸ਼ੁਰੂ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਬੇਨਤੀ ਹੈ, ਧੰਨ ਗੁਰੂ ਰਾਮਦਾਸ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਹੀ ਦਿੱਤੀ ਹੋਈ ਘੰਟੀ ਨੂੰ ਦਬਾ ਲਓ। ਇਹਦੇ ਨਾਲ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ। ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਆਪਣੇ ਜੀਵਨ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਦਾ ਖੰਡਨ ਕੀਤਾ। ਇੱਕ ਅਕਾਲ ਪੁਰਖ ਨੂੰ ਮੰਨਣ ਦਾ ਉਪਦੇਸ਼ ਪੂਰੀ ਦ੍ਰਿੜਤਾ ਨਾਲ ਦਿੱਤਾ। ਗੁਰੂ ਜੀ ਵਹਿਮਾਂ ਭਰਮਾਂ ਤੋਂ ਬਚਾਉਣ ਲਈ ਆਪਣੇ ਸਿੱਖਾਂ ਨੂੰ ਹਰ ਪੱਖ ਤੋਂ ਸੁਚੇਤ ਕਰਦੇ ਰਹੇ ਤੇ ਕਰਨਾ ਚਾਹੁੰਦੇ ਸੀ। ਦੁਰਗਾ ਦੇ ਪੁਜਾਰੀ ਬ੍ਰਾਹਮਣ ਇਸ ਗੱਲ ਤੋਂ ਬਹੁਤ ਖਫਾ ਸੀ ਕਿ ਸਿੱਖਾਂ ਨਾਲ ਬਹਿਸ ਕਰਿਆ ਕਰਦੇ ਸੀ ਕਿ ਦੇਵੀ ਦੇਵਤੇ ਸੱਚ ਨੇ, ਪ੍ਰਗਟ ਹੁੰਦੇ ਨੇ। ਇੱਕ ਕੇਸ਼ੋ ਨਾਮ ਦਾ ਪੰਡਿਤ ਸੀ ਤੇ ਗੁਰੂ ਦਰਬਾਰ ਵਿੱਚ ਆ ਕੇ ਇਸ ਗੱਲ ਦਾ ਉਹਨੇ ਦਾਅਵਾ ਕੀਤਾ ਕਿ ਮੈਨੂੰ ਦੁਰਗਾ ਦੀ ਪੂਜਾ ਲਈ ਪੂਰੀ ਹਵਨ ਸਮੱਗਰੀ ਤੇ ਮਾਇਆ ਜੇ ਲੋੜ ਅਨੁਸਾਰ ਦਿੱਤੀ ਜਾਵੇ ਤੇ ਮੈਂ ਦੇਵੀ ਨੂੰ ਪ੍ਰਗਟ ਕਰ ਸਕਦਾ। ਗੁਰੂ ਸਾਹਿਬ ਜੀ ਨੇ ਉਸ ਨੂੰ ਦਲੀਲਾਂ ਰਾਹੀਂ ਸਮਝਾਉਣ ਦੀ ਬਜਾਏ ਝੂਠਾ ਸਿੱਧ ਕਰਨੀ ਦਲੀਲਾਂ ਰਾਹੀਂ ਮਹਾਰਾਜ ਜੀ ਨੇ ਸੋਚਿਆ ਇਹਨੂੰ ਕਿਉਂ ਨਾ ਪ੍ਰਤੱਖ ਰੂਪ ਵਿੱਚ ਇਹਨੂੰ ਝੂਠਾ ਸਾਬਤ ਕੀਤਾ ਜਾਵੇ। ਗੁਰੂ ਜੀ ਨੇ ਉਸ ਨੂੰ ਲੋੜ ਮੁਤਾਬਕ ਸਮੱਗਰੀ ਵੀ ਦਿੱਤੀ, ਮਾਇਆ ਵੀ ਦਿੱਤੀ, ਦੇਵੀ ਨੂੰ ਪ੍ਰਗਟ ਕਰਨ ਲਈ ਸਭ ਕੁਝ ਦਿੱਤਾ। ਜੋ ਜੋ ਉਹਨੇ ਸਮੱਗਰੀ ਮੰਗੀ ਮਹਾਰਾਜ ਜੀ ਨੇ ਸਾਰੀ ਉਹਨੂੰ ਉਪਲਬਧ ਕਰਵਾ ਕੇ ਦਿੱਤੀ। ਮਹਾਰਾਜ ਜੀ ਨੇ ਸੋਚਿਆ ਵੀ ਇਹ ਬੜਾ ਚਲਾਕ ਬ੍ਰਾਹਮਣ ਹੈ। ਮਹਾਰਾਜ ਜੀ ਨੂੰ ਪਤਾ ਸੀ ਇਹ ਚਲਾਕ ਹੈ, ਕਿਤੇ ਬ੍ਰਾਹਮਣ ਇਹ ਨਾ ਕਹਿ ਦੇਵੇ ਵੀ ਮੈਨੂੰ ਯੋਗ ਸਮੱਗਰੀ ਨਹੀਂ ਦਿੱਤੀ, ਲੋੜ ਅਨੁਸਾਰ ਮਾਇਆ ਨਹੀਂ ਦਿੱਤੀ, ਨਹੀਂ ਤਾਂ ਮੈਂ ਦੇਵੀ ਨੂੰ ਪ੍ਰਗਟ ਕਰ ਸਕਦਾ ਸੀ। 6 ਮਹੀਨੇ ਦਾ ਸਮਾਂ ਲੈ ਕੇ ਕੇਸ਼ੋ ਪੰਡਤ ਨਾਲ ਸਮੱਗਰੀ ਮਾਇਆ ਲੈ ਕੇ ਮੌਜੂਦਾ ਜਿਹੜੀ ਨੈਣਾ ਦੇਵੀ ਵਾਲੀ ਪਹਾੜੀ ਹੈ ਉਸ ਤੇ ਪਹੁੰਚ ਕੇ ਹਵਨ ਅਤੇ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਜਦੋਂ 1 ਮਹੀਨਾ 2 ਮਹੀਨੇ 6 ਮਹੀਨੇ ਬੀਤ ਗਏ। ਜਦੋਂ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਦੇਵੀ ਪ੍ਰਗਟ ਨਾ ਹੋਈ ਤਾਂ ਪੰਡਤ ਨੇ ਹੋਰ ਸਮਾਂ ਮੰਗਿਆ। ਮਹਾਰਾਜ ਜੀ ਮੈਨੂੰ ਹੋਰ ਸਮਾਂ ਦਿਓ। ਇਸ ਤਰ੍ਹਾਂ ਬਹਾਨੇ ਲਾਉਂਦਿਆਂ ਲਿਆਉਂਦਿਆਂ 3 ਮਹੀਨੇ ਬੀਤ ਗਏ। ਕੇਸ਼ੋ ਪੰਡਤ ਬੜਾ ਚਲਾਕ ਸੀ। ਉਸਨੇ ਦੇਵੀ ਨੂੰ ਪ੍ਰਗਟ ਕਰਨ ਲਈ ਇੱਕ ਨਰ ਬਲੀ ਦੇਣ ਦੀ, ਇੱਕ ਮਨੁੱਖ ਦੀ ਬਲੀ ਦੇਣ ਲਈ ਗੁਰੂ ਸਾਹਿਬ ਨੂੰ ਕਿਹਾ ਤੇ ਉਹਦਾ ਖਿਆਲ ਸੀ ਸ਼ਾਇਦ ਇਹ ਉਹ ਸਮਝਦਾ ਸੀ, ਉਸ ਨੂੰ ਪਤਾ ਸੀ ਇਸ ਗੱਲ ਦਾ ਵੀ ਗੁਰੂ ਜੀ ਨੇ ਅਜਿਹਾ ਨਹੀਂ ਕਰਨਾ। ਗੁਰੂ ਜੀ ਅਜਿਹਾ ਕਦੇ ਵੀ ਨਹੀਂ ਕਰਨਗੇ, ਕਿਸੇ ਬੰਦੇ ਦੀ, ਇਨਸਾਨ ਦੀ ਬਲੀ ਕਦੇ ਵੀ ਨਹੀਂ ਦੇਣਗੇ। ਤੇ ਨਾਲੇ ਉਹ ਸੋਚਦਾ ਸੀ ਵੀ ਜਦੋਂ ਇਹ ਨਹੀਂ ਮੰਨਣਗੇ ਤੇ ਇਸ ਨਾਲ ਮੇਰਾ ਜਿਹੜਾ ਪਾਜ ਹੈ ਉਹ ਢਕਿਆ ਰਹੇਗਾ। ਗੁਰੂ ਜੀ ਨੇ ਕੇਸ਼ੋ ਪੰਡਤ ਦੀ ਬਲੀ ਦੇਣ ਲਈ ਕਿਹਾ। ਗੁਰੂ ਜੀ ਨੇ ਕੇਸ਼ੋ ਪੰਡਤ ਦੀ ਹੀ ਬਲੀ ਦੇਣ ਲਈ ਕਿਹਾ। ਨਾਲ ਹੀ ਗੁਰੂ ਜੀ ਨੇ ਇਹ ਗੱਲ ਕਹੀ, ਕੇਸ਼ੋ ਤੇਰੀ ਬਲੀ ਦੇਣ ਤੋਂ ਬਾਅਦ ਤੇਰੇ ਕਹਿਣ ਮੁਤਾਬਕ ਦੇਵੀ ਪ੍ਰਗਟ ਹੋਵੇਗੀ ਨਾ? ਉਹ ਕਹਿੰਦਾ ਹਾਂਜੀ ਹੋਵੇਗੀ, ਬਿਲਕੁਲ। ਉਹ ਸਾਨੂੰ ਕੁਝ ਮੰਗਣ ਲਈ ਕਹੇਗੀ ਤਾਂ ਅਸੀਂ ਕੁਝ ਨਹੀਂ ਮੰਗਾਂਗੇ ਕੇਸ਼ੋ ਪੰਡਤ, ਸਿਰਫ ਇਹ ਮੰਗ ਕਰਾਂਗੇ ਕਿ ਸਾਡੇ ਕੇਸ਼ੋ ਪੰਡਤ ਨੂੰ ਦੁਬਾਰਾ ਜੀਵਿਤ ਕਰ ਦਿਓ। ਹੁਣ ਕੇਸ਼ੋ ਪੰਡਤ ਨੂੰ ਸਮਝ ਆਉਣ ਲੱਗ ਗਈ ਇਸ ਗੱਲ ਦੀ ਤੇ ਕੇਸ਼ੋ ਪੰਡਤ ਆਪਣੇ ਮਨ ਵਿੱਚ ਸੋਚਦਾ ਵੀ ਮੈਂ ਆਪਣੀ ਜਾਨ ਕਿਉਂ ਗਵਾਵਾਂ। ਸੱਚ ਤੇ ਪਖੰਡ ਦੀ ਜੰਗ ਵਿੱਚ ਹਾਰਿਆ ਕੇਸ਼ੋ ਪੰਡਤ ਕਿਰਿਆ ਸੋਧਣ ਦੇ ਬਹਾਨੋਂ ਉੱਥੋਂ ਦੌੜ ਗਿਆ। ਕੇਸ਼ੋ ਪੰਡਤ ਨੂੰ ਵੀ ਇਸ ਗੱਲ ਦਾ ਅਹਿਸਾਸ ਸੀ ਕਿ ਕੋਈ ਦੇਵੀ ਪ੍ਰਗਟ ਨਹੀਂ ਹੋਣੀ। ਹੁਣ ਗੁਰੂ ਜੀ ਨੇ ਸਾਰੀ ਸਮੱਗਰੀ, ਜਦੋਂ ਉਹ ਭੱਜ ਗਿਆ, ਦੌੜ ਗਿਆ, ਗੁਰੂ ਜੀ ਨੇ ਸਾਰੀ ਸਮੱਗਰੀ ਹਵਨ ਕੁੰਡ ਵਿੱਚ ਸੁੱਟ ਕੇ ਅੱਗ ਲਾ ਦਿੱਤੀ। ਮਹਾਰਾਜ ਕਹਿੰਦੇ ਸੁੱਟ ਦਿਓ ਸਮੱਗਰੀ, ਹੁਣ ਆਪਣੇ ਕਿਸੇ ਕੰਮ ਦੀ ਨਹੀਂ। ਤੇ ਉਸ ਤੇਜ਼ ਚੱਲ ਰਹੀ ਅੱਗ ਵਿੱਚ ਤੇਜ਼ ਭਾਂਬੜ ਨਿਕਲੇ। ਉਹ ਸਮੱਗਰੀ ਨੂੰ ਅੱਗ ਪੈ ਗਈ, ਬੜੀ ਤੇਜ਼ ਭਾਂਬੜ ਉੱਠਿਆ। ਗੁਰੂ ਜੀ ਨੇ ਕਿਰਪਾਨ ਮਿਆਨ ਵਿੱਚੋਂ ਕੱਢੀ ਤੇ ਕੱਢ ਕੇ ਸਿੱਖਾਂ ਨੂੰ ਕਿਹਾ ਕਿ ਇਹ ਸਾਡੀ ਦੁਰਗਾ ਹੈ, ਇਹ ਸ਼੍ਰੀ ਸਾਹਿਬ ਹੀ ਸਾਡੀ ਦੁਰਗਾ ਹੈ, ਇਹ ਕਿਰਪਾਨ ਹੀ ਸਾਡੀ ਦੁਰਗਾ ਹੈ ਜੋ ਜ਼ੁਲਮ ਦਾ ਨਾਸ਼ ਕਰੇਗੀ। ਦੁਰਗਾ ਦੀ ਆਸ ਵਿੱਚ ਹਜ਼ਾਰਾਂ ਸਾਲਾਂ ਤੱਕ ਗੁਲਾਮ ਰਹੇ ਹਿੰਦੁਸਤਾਨ ਨੂੰ ਖਾਲਸੇ ਦੀ ਇਹ ਚੰਡੀ ਹੀ ਆਜ਼ਾਦ ਕਰਾਊਗੀ। ਹੁਣ ਆਪਣੇ ਪਖੰਡ ਦਾ ਪਾਜ ਉਗੜਨ ਤੋਂ ਬਾਅਦ ਮਾਯੂਸ ਬ੍ਰਾਹਮਣਾਂ ਨੇ ਤੇਜ਼ ਉੱਠੀ ਅੱਗ ਦੀ ਰੋਸ਼ਨੀ ਵੱਲ ਇਸ਼ਾਰਾ ਕਰਕੇ
ਰੌਲਾ ਪਾਉਣਾ ਸ਼ੁਰੂ ਕਰਤਾ। ਦੇਖੋ ਦੇਵੀ ਪ੍ਰਗਟ ਹੋ ਗਈ, ਦੇਵੀ ਪ੍ਰਗਟ ਹੋ ਗਈ, ਅੱਗ ਨੂੰ ਕਹਿਤਾ, ਤੇਜ ਭਾਂਬੜਾਂ ਨੂੰ ਕਹਿਤਾ। ਵੇਖੋ ਕੁਝ ਅਣਜਾਣ ਲੋਕਾਂ ਨੇ ਵੀ ਇਸ ਅਫਵਾਹ ਨੂੰ ਸੱਚ ਮੰਨ ਲਿਆ। ਪਿੱਛੋਂ ਕੁਝ ਇਤਿਹਾਸਕਾਰਾਂ ਨੇ ਵੀ ਇਸ ਝੂਠੀ ਅਫਵਾਹ ਨੂੰ ਇਤਿਹਾਸ ਵਜੋਂ ਲਿਖਤਾ। ਸਾਡਾ ਦੁਖਾਂਤ ਹੈ। ਅੱਜ ਵੀ ਕਈ ਭੁੱਲੜ ਸਿੱਖ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਖੌਤੀ ਦੁਰਗਾ ਦੇ ਅਸਥਾਨ ਨੈਣਾ ਦੇਵੀ ਤੇ ਵੀ ਚਲੇ ਜਾਂਦੇ ਹਨ। ਦੋਖੀਆਂ ਵੱਲੋਂ ਵੀ ਇਸ ਗੱਲ ਦਾ ਪ੍ਰਚਾਰ ਕੀਤਾ ਜਾਂਦਾ ਕਿ ਗੁਰੂ ਜੀ ਨੇ ਦੇਵੀ ਦੀ ਪੂਜਾ ਕੀਤੀ ਤੇ ਦੇਵੀ ਨੂੰ ਪ੍ਰਗਟ ਕੀਤਾ। ਪਿਆਰਿਓ, ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਹਿੰਦੂਆਂ ਦੇ ਮੰਦਿਰ ਢਾਏ ਜਾ ਰਹੇ ਸੀ, ਤਿਲਕ ਤੇ ਜੰਜੂ ਲਾਹੇ ਜਾ ਰਹੇ ਸੀ, ਉਸ ਵੇਲੇ ਦੇਵੀ ਪ੍ਰਗਟ ਕਿਉਂ ਨਹੀਂ ਹੋਈ? ਉਸ ਵੇਲੇ ਕਿਉਂ ਨਾ ਪ੍ਰਗਟ ਹੋਈ? ਦੇਵੀ ਦੀ ਪੂਜਾ ਕਰਨ ਵਾਲੇ ਹਜ਼ਾਰਾਂ ਸਾਲਾਂ ਤੱਕ ਮੁਗਲਾਂ ਦੇ ਗੁਲਾਮ ਕਿਉਂ ਰਹੇ? ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਪਰਉਪਕਾਰਾਂ ਨੂੰ ਯਾਦ ਰੱਖੀਏ। ਅਸੀਂ ਭੁੱਲ ਗਏ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਉਪਕਾਰ। ਦੇਵੀ ਦੇਵਤਿਆਂ ਦਾ ਖਹਿੜਾ ਛੱਡੀਏ, ਪੂਜੋ ਰਾਮ ਏਕ ਹੀ ਦੇਵਾ। ਐਸੇ ਗੁਰੂ ਤੋਂ ਬਲਿਹਾਰੇ ਜਾਈਏ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੈ। ਸ਼ਹੀਦ ਪਿਤਾ ਦੇ ਪੁੱਤਰ ਤੇ ਸ਼ਹੀਦ ਪੁੱਤਰਾਂ ਦੇ ਪਿਤਾ, ਸਾਰਾ ਪਰਿਵਾਰ ਵਾਰਤਾ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣ ਵਾਸਤੇ, ਸਾਡੇ ਵਾਸਤੇ। ਤੇ ਅਸੀਂ ਗੁਰੂ ਸਾਹਿਬ ਦੀਆਂ ਗੱਲਾਂ ਕਿਉਂ ਨਹੀਂ ਮੰਨਦੇ? ਅਸੀਂ ਗੁਰੂ ਸਾਹਿਬ ਦੇ ਬਚਨਾਂ ਨੂੰ ਕਿਉਂ ਨਹੀਂ ਮੰਨ ਰਹੇ? 1699 ਦੀ ਵਿਸਾਖੀ ਨੂੰ ਖਾਲਸਾ ਸਜਾਇਆ, ਆਪਣਾ ਰੂਪ ਦਿੱਤਾ। ਮਹਾਰਾਜ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਮਹਾਰਾਜ ਜੀ ਦਾ ਉਪਦੇਸ਼ ਮੰਨੀਏ, ਗੁਰੂ ਸਾਹਿਬ ਜੀ ਦੀ ਦਿੱਤੀ ਹੋਈ ਸਿੱਖਿਆ ਤੇ ਚੱਲੀਏ। ਗੁਰੂ ਸਾਹਿਬ ਜੀ ਤੋਂ ਬਲਿਹਾਰ ਜਾਈਏ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ 100 ਚੰਦਾ ਉਗਵ ਹੈ ਸੂਰਜ ਚੜ੍ਹ ਹੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੂਰ ਅੰਧਾਰ। ਗੁਰੂ ਸਾਹਿਬ ਤੋਂ ਬਲਿਹਾਰ ਜਾਈਏ। ਐਸਾ ਪਰਉਪਕਾਰੀ ਗੁਰੂ ਜਿਹਵਾ ਏਕ ਕਵਣ ਗੁਣ ਕਹੀਐ। ਇੱਕ ਜਿਹਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਉਪਕਾਰਾਂ ਨੂੰ ਗਾ ਨਹੀਂ ਸਕਦੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਸੋ ਸਾਧ ਸੰਗਤ ਜੀ, ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਬੇਨਤੀ ਹੈ ਜੀ, ਸਤਿਗੁਰੂ ਜੀ ਕਿਰਪਾ ਕਰਨ, ਮਿਹਰ ਕਰਨ। ਇਸੇ ਤਰ੍ਹਾਂ ਗੁਰਬਾਣੀ ਦੀ ਸਾਂਝ ਪਾਉਂਦੇ ਰਹੋ। ਸਾਡੀ ਸਮੁੱਚੀ ਟੀਮ ਨੂੰ ਆਸ਼ੀਰਵਾਦ ਦਿੰਦੇ ਰਹੋ। ਧੰਨ ਗੁਰੂ ਰਾਮਦਾਸ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ, ਤੇ ਕਮੈਂਟ ਵਿੱਚ ਜਾ ਕੇ ਵਾਹਿਗੁਰੂ ਲਿਖਣਾ ਨਾ ਭੁੱਲਣਾ। ਧੰਨਵਾਦ।